ਅੰਮ੍ਰਿਤਸਰ ਦੇ ਵਿਰਸਾ ਵਿਹਾਰ ਕੇਂਦਰ ਵਿੱਚ ਅੱਖਰ ਸਾਹਿਤ ਅਕਾਦਮੀ, ਅੰਮ੍ਰਿਤਸਰ ਦੇ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਦੇ ਸਾਂਝੇ ਸਹਿਯੋਗ ਨਾਲ ਕਵੀ ਪਰਮਿੰਦਰਜੀਤ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕਹਾਣੀਕਾਰ ਮੁਖਤਿਆਰ ਗਿੱਲ ਬਤੌਰ ਮੁੱਖ ਮਹਿਮਾਨ ਤੇ ਡਾਕਟਰ ਹਰਭਜਨ ਭਾਟੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਾਰ ਇਹ ਅਵਾਰਡ ਪ੍ਰਸਿੱਧ ਕਵੀ ਡਾਕਟਰ ਰਵਿੰਦਰ ਅਤੇ ਪਾਲ ਕੌਰ ਨੂੰ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਰਪ੍ਰਸਤ ਡਾਕਟਰ ਵਿਕਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਵਿਸ਼ਾਲ, ਮੀਤ ਪ੍ਰਧਾਨ ਤਰਲੋਚਨ, ਮੁੱਖ ਸਲਾਹਕਾਰ ਡਾਕਟਰ ਨਰੇਸ਼ ਕੁਮਾਰ, ਸਲਾਹਕਾਰ ਸ਼ੇਖਰ ਮਲਵਿੰਦਰ, ਹਰਮੀਤ ਆਰਟਿਸਟ ਸਰਬਜੀਤ ਸੋਹੀ, ਮੁੱਖ ਸੰਚਾਲਕ ਇਪਸਾ ਆਸਟ੍ਰੇਲੀਆ ਦੇ ਨੇ ਸ਼ਿਰਕਤ ਕੀਤੀ। ਸੁਖਦੇਵ ਬਾਂਸਲ UK, ਰਵੀਜੀਤ ਸੁਖਬੀਰ ਅੰਮ੍ਰਿਤਸਰੀ, ਜਗਜੀਤ ਢਿਲਵਾਂ, ਡਾਕਟਰ ਨਰਿੰਜਨ ਕਰਨਮੀਤ, ਹਰਭਜਨ ਬਾਜਵਾ, ਅਰਵਿੰਦ ਧਾਲੀਵਾਲ, ਬਲਜੀਤ ਤਲਵੰਡੀ, ਸਿਮਰਤ ਗਗਨ, ਵਿਪਨ ਗਿੱਲ, ਪ੍ਰਵੀਨ ਪੂਰੀ, ਹਰਦੀਪ ਗਿੱਲ, ਅਨੀਤਾ ਦੇਵਗਨ, ਪ੍ਰਭਜੋਤ ਕੌਰ ਸੰਧੂ, ਭੁਪਿੰਦਰ ਕੌਰ, ਪ੍ਰੀਤ, ਹਰੀ ਸਿੰਘ ਗਰੀਬ, ਬਲਵਿੰਦਰ ਆਤਰੀ, ਅਮਨਦੀਪ ਘਈ, ਧਰਮਿੰਦਰ ਔਲਖ, ਸਦਾਜੀਤ ਸਿੰਘ ਬਮਰਾ, ਹਰਜੀਤ ਬਮਰਾ, ਗੁਰਦੇਵ ਮਹਿਲਾਵਾਲਾ, ਸੁਰਿੰਦਰ ਕਮਲ ਗਿੱਲ ਆਦਿ ਨੇ ਵੀ ਹਾਜ਼ਰੀ ਭਰੀ। ਇੰਜ ਦੇ ਵੀ ਹੋਣੇ ਚਾਹੀਦੇ ਨੇ ਸ਼ਬਦ, ਇੰਜ ਦੇ ਵੀ ਹੋਣੇ ਚਾਹੀਦੇ ਸ਼ਬਦ। ਊਲ ਜਲੂਲ ਬੇਅਰਥ ਹੋਰ ਆਪਣੀ ਬੁੱਕਲ 'ਚ ਲਈ ਫਿਰਨ ਬ੍ਰਹਮੰਡ, ਮੁਹੱਬਤਾਂ ਨਫ਼ਰਤਾਂ ਖਲੂਸ ਓਪਰਾਪਨ। ਇੱਕੋ ਵੇਲੇ ਆਪਣੀ ਬੁੱਕਲ 'ਚ ਲਈ ਫਿਰਨ ਬ੍ਰਹਮੰਡ, ਮੁਹੱਬਤਾਂ ਨਫ਼ਰਤਾਂ ਖਲੂਸ ਓਪਰਾਪਨ। ਓਲੇ ਓਲੇ ਗੁੰਝਣਾ ਮਾਸੂਮੀਅਤ, ਕਈ ਛੁਰੀਆਂ ਵਾਲੇ ਸਰਕਸੀ ਹਥਿਆਰ, ਕਈ ਛੁਰੀਆਂ ਵਾਲੇ ਸਰਕਸੀ ਹਥਿਆਰ। ਕਦੀ ਲਿਖਣ ਬੋਲਣ ਵਾਲੇ ਨੂੰ ਕਰਨ ਜ਼ਖਮੀ, ਕਦੀ ਪਾਠਕ ਸਰੋਤੇ ਨੂੰ ਸ਼ਹੀਦ। ਸ਼ਬਦ ਵੀ ਇੰਜ ਦੇ ਵੀ ਹੋਣੇ ਚਾਹੀਦੇ ਆ, ਹਰ ਵਾਰ ਨਾ ਬੱਝੇ ਰਹਿਣ ਸਾਦੀ ਸਮਝ ਆਉਣ ਵਾਲੇ, ਸਿੱਧੇ ਸਪਾਟ ਅਰਥਾਂ ਨਾਲ ਕੁਝ ਨਾ ਕੁਝ ਅਣਕਿਹਾ, ਅਣਸੋਚਿਆ, ਅਣਛੋਇਆ ਬਚਾ ਰੱਖਣ, ਕਿਸੇ ਹੋਰ ਸਮੇਂ ਲਈ, ਕਿਸੇ ਹੋਰ ਲਈ, ਆਪਣੇ ਲਈ ਵੀ ਸਾਂਭ ਰੱਖਣ, ਆਪਣੇ ਲਈ ਵੀ ਸਾਂਭ ਰੱਖਣ। ਸ਼ਬਦ ਥੋੜੀ ਜਿਹੀ ਓਲੇ ਦੀ ਖੂਬਸੂਰਤੀ, ਪਰਦਾਦਾਰੀ ਦਾ ਲੁਤਫ ਅਲਫ ਨਗੀਜ਼ ਵਿੱਚ ਕਿੱਥੇ। ਸ਼ਬਦ ਇੱਦਾਂ ਵੀ ਕਦੀ ਕਦੀ ਕਰ ਇੱਕ ਕਵਿਤਾ ਹੋ ਜੇ ਕਈ ਹੋਰਾਂ ਵਾਂਗ, ਮੈਂ ਵੀ ਆਪਣੇ ਜਿਹੇ ਕਈ ਹੋਰਾਂ ਵਾਂਗ ਕਦੀ ਉਹਦਾ ਰਸਮੀ ਧੰਨਵਾਦ ਨਹੀਂ ਕੀਤਾ, ਕਦੀ ਉਹਦੇ ਜਨਮ ਦਿਨ ਤੇ ਕੋਈ ਤੋਹਫਾ ਨਹੀਂ ਦਿੱਤਾ, ਕਦੇ ਵੈਲੈਂਟਾਈਨ ਡੇ ਤੇ ਲਾਲ ਗੁਲਾਬ ਦਾ ਫੁੱਲ ਮਾਰਨ ਤੱਕ, ਮੇਰੇ ਖਮੂਰੇ ਤੋਂ ਖੰਘਣ ਤੱਕ, ਮੇਰੇ ਖਾਣ ਤੋਂ ਪੀਣ ਤੱਕ, ਮੇਰੀ ਕਿਸੇ ਮਾੜੀ ਆਦਤ ਨੂੰ ਕਿਸੇ ਸਾਹਮਣੇ ਨਹੀਂ ਟੋਕਿਆ। ਉਹ ਜਿਹਨੇ ਮੇਰੇ ਕਿਸੇ ਸਮਾਗਮ ਤੋਂ ਵਾਪਸ ਆ ਕੇ ਆਪਣੀ ਕਵਿਤਾ ਦੇ ਛਾ ਜਾਣ ਵਾਲੇ ਝੂਠ ਨੂੰ ਖੁਸ਼ ਹੋ ਕੇ ਸੱਚ ਹੀ ਮੰਨਿਆ, ਤੋਂ ਵਾਪਸ ਆ ਕੇ ਆਪਣੀ ਕਵਿਤਾ ਦੇ ਛਾ ਜਾਣ ਵਾਲੇ ਝੂਠ ਨੂੰ ਖੁਸ਼ ਹੋ ਕੇ ਸੱਚ ਹੀ ਮੰਨਿਆ। ਮੈਨੂੰ ਢੁਕਵਾਂ ਮਾਣ ਸਨਮਾਨ ਨਾ ਮਿਲਣ ਤੇ ਮੇਰੀ ਨਬਜ਼ ਪਛਾਣ ਕੇ ਉਹਨੇ ਸਦਾ ਹੋਰਾਂ ਦੀ ਸਮਝ ਤੇ ਸ਼ੱਕ ਕੀਤਾ। ਉਹ ਜਿਹਦੇ ਸਾਹਮਣੇ ਮੇਰਾ ਲੋਕਾਂ ਲਈ ਹਰ ਵੇਲੇ ਹਸੂ ਹਸੂ ਕਰਦਾ ਚਿਹਰਾ ਤਿਊੜੀਆਂ ਭਰੀ ਖਿਝ ਹੀ ਬਣਿਆ ਰਿਹਾ, ਉਹ ਜਿਹਨੂੰ ਮੇਰੀ ਕਿਸੇ ਕਵਿਤਾ 'ਚੋਂ ਕਦੀ ਆਪਣਾ ਚਿਹਰਾ ਨਾ ਦਿਸਿਆ, ਉਹਦੇ ਲਈ, ਉਹ ਜਿਹਦੇ ਲਈ ਮੈਂ ਕਦੀ ਪਿਆਰ ਭਰਿਆ ਕੋਈ ਸ਼ਬਦ ਨਾ ਬੋਲਿਆ, ਇਹ ਸੋਚ ਕੇ ਕਿ ਘਰ ਦੇ ਬੰਦਿਆਂ ਲਈ ਕਾਹਦਾ ਵਿਖਾਵਾ, ਇਹ ਕਵਿਤਾ ਉਹਨੂੰ ਮੁਖਾਤਬ ਹੈ। ਇਹ ਕਵਿਤਾ ਉਹਨੂੰ ਮੁਖਾਤਬ ਹੈ ਜਿਹਦਾ ਸਭ ਕੁਝ ਮਸਲਨ ਪਹਿਰਾਵਾ, ਚਿਹਰਾ ਮੋਰਾ, ਸੁਹੱਪਣ, ਘਰ ਪ੍ਰਤੀ ਜ਼ਿੰਮੇਵਾਰੀ, ਦੁੱਖ ਸੁੱਖ 'ਚ ਮੇਰਾ ਸਾਥ, ਸੁਖੀ ਪਰਿਵਾਰ ਦੀ ਸਿਰਜਣਾ, ਆਪਣੇ ਆਖਰੀ ਸਾਹ ਤੱਕ ਮੇਰਾ ਸਾਥ ਦੇਣ ਦਾ ਅਣਲਿਖਿਆ ਯਕੀਨ ਤੇ ਹੋਰ ਬੜਾ ਕੁਝ। ਚੰਗਾ ਲੱਗਣ ਦੇ ਬਾਵਜੂਦ ਮੈਂ ਕਦੀ ਆਪਣੇ ਮੂੰਹੋਂ ਉਹਦੇ ਲਈ ਪ੍ਰਸ਼ੰਸਾ ਦੇ ਦੋ ਸ਼ਬਦ ਨਾ ਬੋਲੇ। ਅੱਖਾਂ ਅੱਗੇ ਧੁੰਦ ਪਸਰ ਜਾਂਦੀ ਏ, ਇਹ ਸੋਚ ਕੇ ਹੀ ਕੀ ਬਚੇਗਾ ਮੇਰਾ ਉਹਦੇ ਬਗੈਰ। ਮੇਰੇ ਨਾ ਹੋਣ ਤੇ ਉਹ ਕਿਹਦੀ ਹੋਵੇਗੀ ਮੁਤਾਜ, ਉਹਦੇ ਬਿਨਾ ਮੈਂ
किथे किथे रुलना है, किनू किनू किहड़े किहड़े रिश्ते दा वास्ता पाउणा। अज जदों आखिरी सफ़र ते इकट्ठे ही जाण नूं चित करदा तां उहदे नाल सारी उम्र कोई मुहब्बती इजहार ना कर सकण दा अफसोस जरूर हुंदा है। उंज चंगा सी दुनियावी तौर तरीकिਆਂ वांग लोकाचारी करके ही सही कदी कदी ਉਹਦੇ ਨਾਲ ਵੀ ਕੋਈ ਪਿਆਰ ਭਰੇ ਬੋਲ ਸਕਦਾ। ਉਹਨੂੰ ਵੀ ਹਰ ਵਾਰ ਸੜੇ ਮੱਥੇ ਮਿਲਣ ਦੀ ਥਾਂ ਖਰਵੇ ਬੋਲਾਂ ਨਾਲ ਬੁਲਾਉਣ ਦੀ ਥਾਂ ਉੱਦਾਂ ਮਿਲਦਾ ਜਿਵੇਂ ਹੋਰ ਆਮ ਜਿਹੇ ਲੋਕਾਂ ਨੂੰ ਵਿਹਾਰ ਵਪਾਰ ਸੰਸਾਰ ਦੇ ਅਸੂਲਾਂ ਅਨੁਸਾਰ ਵਧੀਆ ਢੰਗ ਨਾਲ ਮਿਲਦਾ ਰਿਹਾ ਹਾਂ। ਪਰ ਮੈਂ ਵੀ ਆਪਣੇ ਵਰਗੇ ਹੋਰ ਕਈਆਂ ਵਾਂਗ ਅਜਿਹਾ नहीं कर सकिया उम्र भर। एक मिनट सर। बहुत शुक्रिया। साडे सदे ते बलजीत तलवंडी, उन्होंने पति गिल साहब, कमल गिल जी, अरविंदर धालीवाल, सिमरत गगन, विपन गिल, प्रवीण पुरी, परमजोत कौर संधू, प्रवीण पुरी साडे लोक संपर्क विभाग के डायरैक्टर। डॉक्टर रविंदर होरां दे नाल वो मेरे जम्मन तो पहलां दा होवेगा तां उन्होंने बहुत वधिया गल्लां कीतियां कि जो कुछ समाज दे विचों मिलदा इंसान नूं ਉਹ ਕੁਛ ਹੀ ਉਹ ਅੱਗੇ ਆਪਣੀ ਕਵਿਤਾ ਦੇ ਵਿੱਚ ਆਪਣੇ ਸਾਹਿਤ ਦੇ ਵਿੱਚ ਰਚਦਾ। ਤਾਂ ਡਾਕਟਰ ਰਵਿੰਦਰ ਹੋਣਾ ਦੀ ਸੰਵੇਦਨਾ ਜਾਂ ਇਹੋ ਜਿਹਾ ਸੰਵੇਦਨਸ਼ੀਲ ਇਨਸਾਨ ਉਹ ਕਦੀ ਵੀ ਜੁਗਾੜਬੰਦੀ 'ਚ ਨਹੀਂ ਪਿਆ, ਕਿਉਂਕਿ ਸਭ ਕੁਝ ਹੁੰਦਿਆਂ ਸੁਣਦਿਆਂ ਜੇ ਇਹ ਅਵਾਰਡ ਲੈਣੇ ਹੁੰਦੇ ਤਾਂ ਜੁਗਾੜਬੰਦੀ ਕਰਦੇ ਤਾਂ ਮੈਨੂੰ ਲੱਗਦਾ ਕਿ ਅੱਜ ਤੋਂ 20 ਸਾਲ ਪਹਿਲਾਂ ਹੀ ਇਹਨਾਂ ਨੂੰ ਇਹ ਸਾਰੇ ਅਵਾਰਡ ਮਿਲ ਸਕਦੇ ਸੀ। ਇੱਕ ਸਹਿਜ ਸਰਲ ਤਬੀਅਤ ਵਾਲਾ ਇਨਸਾਨ, ਉਹਦੀ ਉਸੇ ਤਰ੍ਹਾਂ ਦੀ ਹੀ ਸਾਰੇ ਚਿਹਰਾ ਮੈਂ ਤੇ ਵੀ ਬੜੇ 2 ਮਹੀਨੇ ਪਹਿਲਾਂ ਪ੍ਰੋਗਰਾਮ ਹੋਇਆ ਸੀਗਾ ਤਾਂ ਮੈਂ ਉੱਥੇ ਵੀ ਇਹਨਾਂ ਦੇ ਬਾਰੇ ਬੋਲਿਆ ਤਾਂ ਉੱਥੇ ਵੀ ਇਹ ਗੱਲ ਮੈਂ ਕੀਤੀ ਸੀ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਸਰਲ ਸਹਿਜ ਤਬੀਅਤ ਹੈ ਉਸੇ ਤਰ੍ਹਾਂ ਦੀ ਹੀ ਉਹਨਾਂ ਦਾ ਅੱਗੋਂ ਜਿਹੜੀ ਪੋਇਟਰੀ ਹੈ। ਕਿਸੇ ਵੀ ਜੁਗਾੜਬੰਦੀ 'ਚ ਨਾ ਤਾਂ ਉਹਨਾਂ ਦੀ ਕਵਿਤਾ ਕਿਸੇ ਅਸਹਿਜਤਾ ਦੇ ਵਿੱਚ ਪੈਂਦੀ ਹੈ, ਨਾ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੁੰਦਾ ਕੋਈ ਮੈਂ ਗੱਲ ਕਰਨੀ ਹੈ। ਜੋ ਕੁਛ ਵੀ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਮਿਲਿਆ ਉਹੀ ਉਹਨਾਂ ਨੇ ਪੇਸ਼ ਕੀਤਾ। ਪਰ ਇਹ ਹੈ ਕਿ ਉਹ ਪੇਸ਼ ਕਰਨ ਦਾ ਢੰਗ, ਉਹਨੂੰ ਫੀਲ ਕਰਨ ਦਾ ਜਿਹੜਾ ਢੰਗ ਹੈ ਉਹ ਵੱਖਰਾ। ਇੱਕ ਮੈਂ ਗੱਲ ਹੋਰ ਕਰਨੀ ਹੈ ਕਿ ਹੁਣੇ ਗੱਲ ਮਿਸਿਸ ਡਾਕਟਰ ਰਵਿੰਦਰ ਦੀ ਹੋ ਰਹੀ ਸੀ। ਮਿਸਿਸ ਡਾਕਟਰ ਰਵਿੰਦਰ ਕੀਰਤਨ ਕਰ ਰਹੇ ਸੀ ਅਤੇ ਹਾਰਮੋਨੀਅਮ ਦੇ ਉੱਤੇ ਗੁਰਦੁਆਰਾ ਸਾਹਿਬ। ਤਾਂ ਮੁੜ ਕੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਇਹ ਤਾਂ ਬਹੁਤ ਵਧੀਆ, ਇਹਨਾਂ ਦੀ ਆਵਾਜ਼ ਬਹੁਤ ਵਧੀਆ, ਇਹਨਾਂ ਦੇ ਸ਼ਬਦ ਉਦਨ ਆਪ ਬੋਲੇ ਗੁਰਦੁਆਰਾ ਸਾਹਿਬ 'ਚ। ਤਾਂ ਫਿਰ ਮੈਨੂੰ ਡਾਕਟਰ ਸਾਹਿਬ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਮਦਰ ਸੀ ਉਹਨਾਂ ਨੇ ਕੀਰਤਨੀ ਜੱਥੇ ਬਣਾਏ ਸੀ ਅਤੇ ਉਹਨਾਂ ਦੇ ਵਿੱਚ ਜਿਹੜਾ ਇੱਕ ਸੰਗੀਤ ਪਿਆ ਸੀ ਉਹ ਇਹਨਾਂ ਦੇ ਵਾਈਫ ਤੱਕ ਵੀ ਗਿਆ। ਅਤੇ ਮੈਨੂੰ ਲੱਗਦਾ ਉਹ ਜਿਹੜੀ ਪਰਿਵਾਰਕ ਸਾਹਿਤਕਤਾ ਸੰਗੀਤਕਤਾ ਉਹ ਡਾਕਟਰ ਸਾਹਿਬ ਦੇ ਵਿੱਚ ਵੀ ਹੈ। यूके तो आए ने बकायदा तौर पर उन्होंने ज्योति स्वरूप की लोक किताब जी आ बड़ी अध्यात्मकवाद नाल जुड़ी हुई आ। एक इफ्सा का सोवीनार आपां रिलीज़ करना वा अज। एक जी होर बहुत वड्डी गल आ कि पंजाबी साहित्य की झोली दे विच एक अनुवाद हुई पुस्तक भुपिंदर कौर प्रीत होना ने अनुवाद की आ, रिलके दे खत। डॉक्टर पाल कौर जी जिन्हां बारे भाटियों होना बोलिया वो भी आके एक कविता सुनाउण ते अपनी गलबात कर। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ 80ਵੇਂ ਦਹਾਕੇ ਦੇ ਵਿੱਚ ਛਪਣਾ ਸ਼ੁਰੂ ਕੀਤਾ ਸੀ ਜਦੋਂ, ਤਾਂ ਉਦੋਂ ਲੋਕ ਦੀ ਪਾਠਕ ਸੀ, ਮੈਂ ਪੜ੍ਹੀਦਾ ਸੀਗਾ, ਪਰਮਿੰਦਰਜੀਤ ਹੋਰਾਂ ਨੂੰ ਪੜ੍ਹਦੀ ਸੀ। ਅਤੇ ਨਵਾਂ ਜਦੋਂ ਛਪਣਾ ਸ਼ੁਰੂ ਕੀਤਾ ਉਹਨਾਂ ਨੂੰ ਅੰਮ੍ਰਿਤਸਰ ਆਈ ਅਤੇ ਉਹਨਾਂ ਨੂੰ ਮਿਲੀ ਅਤੇ ਮੈਂ ਉਹਨਾਂ ਨੂੰ ਆਪਣੇ ਤੋਂ ਸੀਨੀਅਰ ਅਤੇ ਵੱਡਾ ਸਮਝਦੀ ਸੀ। ਲੇਕਿਨ ਕੁਝ ਸਾਲਾਂ ਦੇ ਵਿੱਚ ਅਜਿਹਾ ਹੋਇਆ ਕਿ ਜਦੋਂ ਅਸੀਂ ਕਿਤੇ ਮਿਲਣਾ ਅਤੇ ਪਰਮਿੰਦਰਜੀਤ ਹੋਰਾਂ ਨੇ ਕਹਿਣਾ ਕਿ ਪਾਲ ਕੌਰ ਮੇਰੀ ਸਮਕਾਲੀ ਹੈ। ਮੈਂ ਉਹਨਾਂ ਨੂੰ ਕਹਿੰਦੀ ਸੀ ਨਹੀਂ ਤੁਸੀਂ ਅਸੀਂ ਤਾਂ ਸਿੱਖਿਆ, ਤੁਹਾਨੂੰ ਪੜ੍ਹ ਕੇ ਸਿੱਖਿਆ ਲਿਖਣਾ। ਬੜੇ ਯੋਗ ਨੇ। ਕਵਿਤਾ ਦੀ ਜਿਹੜੀ ਭਾਸ਼ਾ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਆਂਦੀ ਉਹ ਮੈਟਾਫਰ ਅਤੇ ਉਹ ਭਾਸ਼ਾ ਜਿਹੜੀ ਹੈ ਪੰਜਾਬੀ ਕਵਿਤਾ ਹਮੇਸ਼ਾ ਉਸ ਦੀ ਦੇਣਦਾਰ ਰਹੇਗੀ। ਮੇਰੇ ਬਾਰੇ ਡਾਕਟਰ ਭਾਟੀਆ ਨੇ ਜਦੋਂ ਗੱਲ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੇ ਕਿਸੇ ਨੂੰ ਕੋਟ ਕਰਕੇ ਕਿਹਾ ਹੈ ਕਿ ਵੀ ਔਰਤਾਂ ਜਿਹੜੀਆਂ ਨੇ ਉਹ ਆਦਮੀਆਂ ਦੇ ਪੈਰਾਂ ਦੀਆਂ ਜੁੱਤੀਆਂ
कोई पूरियां आ जांदियां ते कोई नहीं आउंदियां। ये सफ़र है हर एक औरत का। बहुत सारी औरतों ने ये सफ़र जिहड़ा है इत्थों शुरू किया होएगा, मैं भी इत्थों ही शुरू किया। पर जदों उन्होंने बाद च कहा कि भी नारी सरोकारां बारे लिखना जिहड़ा है वो कई बारी फैशन वर्गा हुंदा है, मैं ये नहीं समझती। नारी जदों जदों कि हर नारी सफ़र ही इत्थों शुरू करती है कि भी वो जुत्ती है तो पूरी आउंदी है कि नहीं आउंदी, तो ये कहना नहीं बनता कि नारी सरोकारां बारे लिखना कोई फैशन है। हर नारी हर नारी कवि ने अपना सफ़र शायद इत्थों ही शुरू किया होएगा कि वो किसी के पैरों च पूरी आएगी या नहीं आएगी। पर मेरा सफ़र इस तो थोड़ा वखरा सी। मैं जो अपनी माँ को वेख्या, उसके हालात वेखे, अपनी भैणों भरजाइयों के हालात वेखे, तो मेरे अंदर एक जिद सी कि मैं ये नहीं बनना, मैं वो जुत्ती नहीं बनना जो ये उड़ीक करे कि वो किसी के पैरों च पूरी आएगी या नहीं। तो एक कविता है जिसने मैनू लोगों के चेहरिਆਂ ਵੱਲ रूबरू होना सिखाया, मौका दिता ते मैनू भी एक चेहरा दिता। सो बहुत छोटे होंदे समय तो ही जिहड़ा मेरे अंदर मेरे ख्वाब ही यही सीगे कि मेरा कोई चेहरा होवे। जदों अमृता जी की कविता पढ़ी, मेरा पता कि जिथे स्वतंत्र रूह की झलक पवे, समझना कि वो मेरा घर है। ते मेरे मन च सवाल आया सी कि की औरत का कोई घर हुंदा है और कोई पता हुंदा है, ऐसा कोई पता, ऐसा कोई एड्रैस हुंदा है जिहदे ते औरत का नाम लिखिया होवे। वो तो हमेशा देर हो गई हुंदी है। तो मेरा पहला ख्वाब ये भी सी कि मेरा कोई घर होवे जिहड़ा एक कब्जे की भावना नहीं है, प्रॉपर्टी नहीं है, मेरा कोई घर होवे जिहड़ा जिहदे उत्ते मेरा नाम लिखिया होवे। ते जदों विशाल ने एक एग्जाम्पल दी है, विशाल ने मेरी इंटरव्यू की जो नागमणी 26 सी, ते उसका नाम जदों उन्हें रखा तो मैं एकदम कंब गई सी। मैं सोचती सी कि मैं सफ़र कर रही हाँ और सफ़र च तुर रही हाँ और अगे जावांगी। ते जदों विशाल ने उसका नाम रखा रेत च सरकदा घड़ा, मैं एकदम वो नाम वेख के कंब गई सी और मैं खुद नूं संबोधन किया कि पाल कौर, इस जिहड़ा तैरना है भी तू सोचती सी तू तैर रही है, तू तो सरक रही है, थल्ले तो पानी है नहीं और तेनों थल्ले नाल नाल मिट्टी खोद के पानी भी कटना पैना है। मैं वो घड़ा नहीं है भी जिहड़ा सरकदा सरकदा समुंदर च पहुंचिया है, मैनू रोज हेठों मिट्टी खोद के पानी कढ़ना पाया जिहदे च मैं तैरना सी। ये सफ़र मेरा नहीं, कल्ले का नहीं है, बहुत सारिया औरतों का ये सफ़र है और जो सफ़र वो कर रही होंगी वही वो लिखती है। आयो भाई बैठ तो जो ऐसा ठीक है। किताबां दे विच इन्नी चर्चा होनी धर्म की, पर जो तुसी एक इतिहास नूं वेखोगे, मनुख का इतिहास जे वेखो तो तुहानूं पता लगूगा भी मनुख नूं हर किस्म का ज्ञान धर्म राही ही मिलता। धर्म ही एक इहो जिहा सोर्स ही जिहड़ा लाइफ के हर एस्पैक्ट बारे बंदे नूं जानकारी दिंदा है और सारा का सारा तुहाडा जिहड़ा ज्ञान सी मनुख का वो धर्म ग्रंथां 'च ही सीगा। जिन्ने पुराने समय जाई जाओगे उन्ना ही तुहानूं धर्म के ग्रंथां की बहुतात मिली जाएगी तो जिंदगी के सारे जिहड़े आसपैक्ट आ उन्हां दी जानकारी लोग इन्हां ग्रंथां तो ही धार्मिक ऋषियां मुनियां तो ही लेंदे सी। सो एक दौर सी, एक समा सी, एक स्टेज सी सोसाइटी की जो धर्म ने बहुत खूबसूरत रोल निभाया। मनुखता नूं अगले पड़ावां च लियाउण वास्ते धर्म का बड़ा खूबसूरत और
ਰੋਲ ਰਿਹਾ ਇਸ ਕਿਸਮ ਦਾ। ਇਸ ਕਰਕੇ ਆਪਾਂ ਧਰਮ ਨੂੰ ਬਿਲਕੁਲ ਐਂ ਵੀ ਨਹੀਂ ਕਰ ਸਕਦੇ ਕਿ ਬਹੁਤ ਮਾੜਾ, ਪਰ ਜਿਵੇਂ ਮੈਂ ਕਿਹਾ ਕਿ ਜੋ ਪਿਛਲੀਆਂ ਸਦੀਆਂ 'ਚ ਜਦੋਂ ਆਪਾਂ ਦੇਖਿਆ ना हो सके, बहुत सारे बाद उन्होंने घड़े ने, साढ़े को भी बहुत सारे बाद ने, असी फसे हुए हाँ। मनुखता एक नवी मंजिल खोज रही जे। भाई साहब ने वर्णन किया। देखो भाई आ जाओ खिंच ली इन्हें, इधर आ जाओ पीछे हो जाओ, एक मिनट देखियो जी। अरे पीछे हो जे, तू आगे हो जा यार। वाह वाह वाह। नहीं नहीं तुम खिंच लिया ना, मैं कहूँ मैं भी खिंच ला। अरे कितों खिंचना है तो वेखने दिया वो कैमरे जमदे कि नहीं आउंदे। लाइट में लाइट पै नहीं रही ना, लाइट गलत पै रही है, लाइट गलत पै रही है। पीछे लो भाई और हो जाओ। हाँ जी सर, सामने ठीक है भाई। मैं अगे जाना तो मैं तां रुकिया। हाँ जी सामने वेट। सम्मान डॉक्टर नरेश खुराना, डॉक्टर नरेश जी। हाँ जी विशेष सम्मान डॉक्टर हरभजन भाटिया जी। हाँ जी हो गई जी। मुख्तार गिल जी होरां दा अखर साहित्य अकैडमी दे वल्लों ओके। मुख्तार गिल जी होरां दा विशेष सम्मान अखर साहित्य, विशेष तौर पे इस प्रोग्राम दे विच आउण दे लई ते मुख मेहमान दी मेहमान नवाजी करन दे लई सामने बहुत बहुत जी आयन। सारा जोर ला लिया, शायद बहुत बढ़िया है। ਬਾਹਰ ਹੁਣ ਲੰਚ ਤਿਆਰ ਆ, ਤੁਸੀਂ ਸਾਰਿਆਂ ਨੇ ਲੰਚ ਕਰਕੇ ਜਾਣਾ ਸਾਡੇ ਨਾਲ। ਇਹਦੇ ਵਿੱਚ ਇਹ ਨਹੀਂ ਵੀ ਅਸੀਂ ਅੱਖਰ ਸਾਹਿਤ ਅਕੈਡਮੀ ਤੁਹਾਡੇ ਆਉਣ ਦੇ ਨਾਲ ਅਸੀਂ ਧੰਨਵਾਦੀ ਹੋਏ ਹਾਂ। ਧੰਨਵਾਦ।